ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਮੈਂ ਡਾਕਟਰ ਹਰਪ੍ਰੀਤ ਕੌਰ ਆਪ ਸਭ ਦਾ ਕਾਪੀਰਾਈਟ ਦੇ ਤੀਜੇ ਲੈਕਚਰ 'ਚ ਹਾਰਦਿਕ ਸਵਾਗਤ ਕਰਦੀ ਹਾਂ। ਆਪਾਂ ਇਸ ਲੈਕਚਰ 'ਚ ਕਾਊਂਟਰਫਿਟ ਤੇ ਰੈਮੇਡੀਜ਼, ਜੇ ਕੋਈ ਕਾਪੀਰਾਈਟ ਕੀਤੀ ਹੋਈ ਰਚਨਾ ਦਾ ਨਕਲ ਕਰੇ, ਰਚਨਾ ਦੀ ਨਕਲ ਕਰੇ ਤੇ ਇਹਦਾ ਉਪਾਅ ਕੀ ਹੈਗਾ, ਉਹ ਆਪਾਂ ਇਸ ਲੈਕਚਰ 'ਚ ਥੋੜ੍ਹਾ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਹੁੰਦਾ ਹੈ ਕਿ ਆਪਾਂ ਕਦੋਂ ਕਹਿ ਸਕਦੇ हैं कि मेरी की गई रचना की कॉपी हुई है, नकल की हुई है। सब तो पहला एक आप उदाहरण ले सकते हैं कि एक ब्रांडेड बैग हैगा, जिदा आप कह सकते हैं हाई डिज़ाइन का बैग हैगा, तो उसकी नकल करके हाई डिज़ाइन की स्पैलिंग नू हाई डिज़ाइन HI ਦੀ जगह वो HY किया। तो होर इस तरह भी हो सकता है कि नाइके दे शूज़ नू आपां NIKE ਦੀ ਸਥਾਨ 'ਤੇ ਉਹਨੇ NIKA ਕਰਕੇ ਨਾਈਕੀ ਕਰਕੇ ਇਸ ਤਰੀਕੇ ਨਾਲ ਉਹ ਥੋੜ੍ਹਾ ਜਿਹਾ ਉਹਦੇ ਵਿੱਚ ਚੇਂਜਸ ਕਰਕੇ ਜੋ ਕੋਈ ਉਹਨੂੰ ਸੈੱਲ ਕਰਦਾ, ਉਹਨੂੰ ਵੇਚਦਾ ਹੈ ਕਮ ਦਾਮਾਂ 'ਤੇ, ਉਹ ਇੱਕ ਤਰੀਕੇ ਦੀ ਕਾਪੀਰਾਈਟ ਕਾਊਂਟਰਫੇਟ ਹੁੰਦੀ ਹੈ। ਉਹ ਇੱਕ ਤਰੀਕੇ ਦੀ ਨਕਲ ਹੁੰਦੀ ਹੈ, ਇੱਕ ਤਰੀਕੇ ਦੀ ਚੋਰੀ ਹੁੰਦੀ ਹੈ। ਫਿਰ ਹੋ ਸਕਦਾ ਹੈ ਕਿ ਕੋਈ ਜਦੋਂ ਆਰਟੀਕਲ ਹੋ ਗਿਆ, ਕੋਈ ਅਸਲੀ ਕੰਮ ਜੋ ਕੋਈ ਕਰਦਾ ਹੈ ਅਤੇ ਉਹਦੇ ਆਰਟੀਕਲ ਦੀ ਮੈਂ ਨਕਲ ਕਰਕੇ ਉਸ ਆਰਟੀਕਲ ਨੂੰ ਥੋੜ੍ਹਾ ਜਿਹਾ ਚੇਂਜਸ ਲਾ ਕੇ ਉਹਦੇ ਵਿੱਚ ਥੋੜ੍ਹਾ ਤਬਦੀਲੀ ਕਰਕੇ ਜੇ ਮੈਂ ਉਹਨੂੰ ਇਹ ਆਖਦੀ ਹਾਂ ਕਿ ਇਹ ਮੇਰਾ ਕੰਮ ਹੈਗਾ, ਅਤੇ ਉਹ ਵੀ ਇੱਕ ਤਰੀਕੇ ਦੀ ਨਕਲ ਅਤੇ ਕਾਊਂਟਰਫਿਟ ਟੂ ਕਾਪੀਰਾਈਟ ਹੋ ਸਕਦਾ ਹੈ। ਫਿਰ ਹੁੰਦਾ ਹੈ ਮੋਡਲ ਅਤੇ ਬ੍ਰੈਂਡ ਨੇਮ ਕਾਪੀ ਕਰਨਾ, ਜਿੱਦਾਂ ਕਿ ਸਕੈਚਰਸ ਇੱਕ ਬ੍ਰੈਂਡ ਹੈ ਜੁੱਤਿਆਂ ਦਾ, ਅਤੇ ਸਕੈਚਰਸ ਦੇ ਬ੍ਰੈਂਡ ਦੀ ਕਾਪੀ ਕਰਕੇ, ਨੇਮ ਦੀ ਕਾਪੀ ਕਰਕੇ ਦੂਜਾ ਕੋਈ ਬੰਦਾ, ਦੂਜੀ ਕੋਈ ਕੰਪਨੀ ਸਕੈਚਰਸ ਦੇ ਨਾਮ 'ਤੇ ਸਸਤੇ ਸ਼ੂਜ਼ ਜੇ ਵੇਚੇਗੀ, ਉਹਨੂੰ ਵੀ ਕਾਪੀਰਾਈਟ ਵਿੱਚ ਆ ਸਕਦਾ ਹੈ। ਅਤੇ ਮਾਡਲ ਅਤੇ ਲੇਬਲ, ਜਿਹਦਾ ਕੋਈ ਲੇਬਲ ਹੈਗਾ, ਉਹਦਾ ਨਿਸ਼ਾਨ ਹੈਗਾ, ਨਾਈਕੀ ਦਾ ਇੱਕ ਟਿਕ ਮਾਰਕ ਜਿਹਾ ਨਿਸ਼ਾਨ ਹੁੰਦਾ ਹੈ, ਅਤੇ ਉਹ ਜਦੋਂ ਕੋਈ ਕਾਪੀ ਕਰੇ, ਜਾਂ ਤਾਂ ਫਿਰ ਇੱਦਾਂ ਹੋ ਸਕਦਾ ਹੈ ਕਿ ਮੈਕਡੋਨਲਡਸ ਦਾ ਜੇ ਇੱਕ ਨਿਸ਼ਾਨ ਹੈਗਾ, ਜਿੱਦਾਂ ਆਪਾਂ ਕਹਿੰਦੇ ਲੋਗੋ ਹੈਗਾ, ਉਹਦੀ ਕੋਈ ਕਾਪੀ ਕਰੇ, ਤਾਂ ਉਹ ਸਾਰੀ ਚੀਜ਼ਾਂ ਵੀ ਕਾਊਂਟਰਫਿਟਿੰਗ ਟੂ ਕਾਪੀਰਾਈਟ 'ਚ ਆ ਸਕਦੀਆਂ। ਅਤੇ ਇੱਕ ਉਦਾਹਰਣ ਇਹ ਵੀ ਹੋ ਸਕਦਾ ਹੈ ਕਿ ਜਿੱਦਾਂ ਬਹੁਤ ਮਹਿੰਗੀ ਘੜੀਆਂ ਹੈਗੀ, ਬੈਗਸ ਹੈਗੇ ਉਹਦੀ ਪਹਿਲੀ ਕਾਪੀ, ਜਿੱਦਾਂ ਆਪਾਂ ਕਹਿੰਦੇ ਨਾ ਫਸਟ ਕਾਪੀ ਕਰਕੇ ਜਦੋਂ ਕੋਈ ਸੋਲਡ ਕਰਦਾ ਹੈ ਪੂਰਵ ਇਜਾਜ਼ਤ ਲਿੱਤੇ ਬਿਨਾਂ, ਜੇ ਆਪਾਂ ਕੰਪਨੀ ਤੋਂ ਇਜਾਜ਼ਤ ਲਿੱਤੀ ਹੋਈ ਹੈ ਕਿ ਆਪਾਂ ਤੁਹਾਡੀ ਚੀਜ਼ਾਂ ਦੀ ਫਸਟ ਕਾਪੀ ਸੈੱਲ ਕਰਾਂਗੇ ਸਸਤੇ ਰੇਟ ਵਿੱਚ, ਜੋ ਕੰਪਨੀ ਇਜਾਜ਼ਤ ਦਿੰਦੀ ਹੈ ਤਦੋਂ ਉਹ ਨਕਲ ਵਿੱਚ ਨਹੀਂ ਆਉਂਦਾ ਹੈ। ਪਰ ਜਦੋਂ ਕੰਪਨੀ ਨੂੰ ਬਤਾਉਣ, ਇਨਫੋਰਮ ਕੀਤੇ ਬਿਨਾਂ ਜੇ ਆਪਾਂ ਉਹ ਕੰਮ ਕਰਦੇ ਹਾਂ ਤਾਂ ਇਹ ਉਹ ਕੰਮ ਹੁੰਦਾ ਹੈ ਇੱਕ ਤਰੀਕੇ ਦਾ ਇਨਫਰਿੰਜਮੈਂਟ, ਇੱਕ ਤਰੀਕੇ ਦਾ ਕਾਊਂਟਰਫਿਟਿੰਗ, ਜਿਹਨੂੰ ਆਪਾਂ ਕਹਿ ਸਕਦੇ ਹਾਂ ਅਪਰਾਧਿਕ ਚੀਜ਼ ਹੈਗੀ। ਆਪਾਂ ਕਿਸੇ ਵੀ ਕੰਪਨੀ, ਕਿਸੇ ਵੀ ਨੇਮ, ਲੇਬਲ, ਮਾਡਲ ਦੀ ਜਦੋਂ ਆਪਾਂ ਕਾਪੀ ਕਰਕੇ ਉਹਨੂੰ ਸਸਤੇ ਦਾਮ ਵਿੱਚ, ਸਸਤੀ ਕੁਆਲਿਟੀ ਵਿੱਚ ਜਦੋਂ ਆਪਾਂ ਇਹਨੂੰ ਵੇਚਦੇ ਹਾਂ, ਤਾਂ ਇਹ ਸਾਰੀ ਚੀਜ਼ਾਂ ਆ ਸਕਦੀਆਂ ਇੱਕ ਤਰੀਕੇ ਦਾ ਅਪਰਾਧਿਕ, ਜਿਹਨੂੰ ਕਹਿੰਦੇ ਆਪਾਂ ਕਾਊਂਟਰਫਿਟਿੰਗ ਟੂ ਕਾਪੀਰਾਈਟ। ਜਿੱਦਾਂ ਹੁੰਦਾ ਹੈ ਕਿ ਐਪਲ ਦੇ ਫੋਨ ਹੈਗੇ, ਐਪਲ ਦੇ ਫੋਨ ਦੀ ਕਾਪੀ ਕਰਕੇ ਕੋਈ APPLE ਦੇ ਬਜਾਏ APLE ਕਰਕੇ ਕੋਈ ਇੱਕ ਨਵਾਂ ਫੋਨ ਲਾਂਚ ਕੀਤਾ ਹੈ, ਜੇ ਐਪਲ ਦੀ ਕਾਪੀ ਹੈ, ਸਸਤਾ ਫੋਨ ਲਾਂਚ ਕੀਤਾ, ਉਹ ਵੀ ਇੱਕ ਪ੍ਰਕਾਰ ਦਾ ਕਾਊਂਟਰਫਿਟਿੰਗ ਕਾਪੀਰਾਈਟ ਹੁੰਦਾ ਹੈ। ਜਿੱਦਾਂ ਕੈਡਬਰੀ ਦੀ ਚਾਕਲੇਟ ਨੂੰ ਕਾਪੀ ਕਰਕੇ ਕੈਡਬਰੀ CAD ਨੂੰ CUD ਕਰ ਦਿੱਤਾ ਹੈ, ਅਤੇ ਸੇਮ ਤਰੀਕੇ ਦੀ ਪੈਕਿੰਗ ਰੱਖੀ ਹੈ ਪਰ ਥੋੜ੍ਹੀ ਜਿਹੀ ਸਪੈਲਿੰਗ ਨੂੰ ਚੇਂਜ ਕੀਤਾ ਹੈ, ਅਤੇ ਇਹ ਸਾਰੀ ਚੀਜ਼ਾਂ ਆਉਂਦੀ ਹੈ। ਇਹ ਵੀ ਇੱਕ ਤਰੀਕੇ ਦੀ ਕਾਊਂਟਰਫਿਟਿੰਗ ਟੂ ਕਾਪੀਰਾਈਟਸ ਹੁੰਦੀ ਹੈ, ਜੇ ਇੱਕ ਤਰੀਕੇ ਦਾ ਅਪਰਾਧ ਉਹਨੂੰ ਆਪਾਂ ਕਹਿ ਸਕਦੇ ਹਾਂ। ਹੁਣ ਜਦੋਂ ਕੋਈ ਵੀ ਚੀਜ਼ ਹੁੰਦੀ ਹੈ, ਕਾਪੀ ਹੁੰਦੀ ਹੈ, ਤਾਂ ਉਹਦਾ ਰਿਜ਼ਲਟ ਕੀ ਹੋ ਸਕਦਾ ਹੈ? ਸਭ ਤੋਂ ਪਹਿਲਾਂ ਹੁੰਦਾ ਹੈ ਕਿ ਉਲੰਘਣ ਕਰਨ ਵਾਲਿਆਂ ਦੀ ਕਾਪੀ ਕਰਨਾ, ਕਿਸੇ ਦੀ ਵੀ, ਜਿਹਦਾ ਆਪਾਂ ਮੈਂ ਕਿਹਾ ਕਿ ਕਾਪੀ ਕਰਨਾ ਕਿਸੇ ਦੀ ਇੱਕ ਤਰੀਕੇ ਦੀ ਪਰਫੋਰਮੈਂਸ ਹੁੰਦੀ, ਜਿਹਦਾ ਆਪਾਂ ਕਹਿ ਸਕਦੇ ਹਾਂ ਕਿਸੇ ਦੀ ਡਾਂਸ ਸਟੈਪ ਨੂੰ ਵੀ ਕਾਪੀਰਾਈਟ ਲੈ ਲੈਂਦਾ ਹੈ ਕੋਈ, ਅਤੇ ਉਹਦੀ ਵੀ ਕਾਪੀ ਕਰਨਾ ਇੱਕ ਤਰੀਕੇ ਦੀ ਨਕਲ ਹੋ ਸਕਦੀ ਹੈ। ਆਪਾਂ ਕਿਸੇ ਹੋਰ ਦਾ ਨਾਮ ਇਸਤੇਮਾਲ ਕਰਕੇ ਸਾਡੇ ਵਪਾਰ ਵਿੱਚ ਉਹਦਾ
ਮਕਸਦ ਪ੍ਰੋਫਿਟ ਮੇਕਿੰਗ ਜਦੋਂ ਹੋਏਗਾ ਤੇ ਉਹ ਵੀ ਇੱਕ ਪ੍ਰਕਾਰ ਦੀ ਇਨਫ੍ਰਿੰਜਮੈਂਟ ਹੁੰਦੀ ਹੈ। ਆਪਾਂ ਪਬਲਿਕਲੀ ਪ੍ਰਦਰਸ਼ਨਕਾਰੀ ਜਦ ਆਪਾਂ ਕਰੇ, ਜਦੋਂ ਆਯਾਤ ਕਰੇ, ਜਦੋਂ ਆਪਾਂ ਨਕਲੀ ਕਾਪੀ, ਜਦੋਂ ਆਪਾਂ ਕਹਿੰਦੇ ਚਾਈਨੀਜ਼ ਆਈਟਮ ਦੀ ਆਯਾਤ ਕਰੇ, ਸਸਤੀ ਆਈਟਮਾਂ ਦੀ ਆਯਾਤ ਕਰਕੇ ਉਹਨੂੰ ਇੱਕ ਕਾਪੀ ਆਈਟਮ ਦੀ ਆਯਾਤ ਕਰਕੇ ਆਪਾਂ ਜੇ ਉਹਨੂੰ ਸੈੱਲ ਕਰੇ, ਉਹਨੂੰ ਵੇਚਣ ਲੱਗੇ ਤੇ ਉਹ ਵੀ ਕਾਪੀਰਾਈਟ ਇਨਫ੍ਰਿੰਜਮੈਂਟ ਹੋ ਸਕਦਾ ਹੈ। ਜਦੋਂ ਵੀ ਉਹਦੇ ਓਨਰ ਦੀ, ਜੋ ਸਭ ਤੋਂ ਪਹਿਲਾਂ ਓਨਰ ਹੈਗਾ ਜਿਹਦੇ ਕੋਲ ਕਾਪੀਰਾਈਟ ਹੈਗੀ, ਉਹਨੂੰ ਇਹਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਤੇ ਉਹ ਕਾਪੀਰਾਈਟ ਆਉਂਦਾ ਹੈ। ਜਦੋਂ ਉਸ ਬੰਦੇ ਨੂੰ, ਉਸ ਕਾਪੀਰਾਈਟ ਓਨਰ ਨੂੰ ਇਸ ਤਰੀਕੇ ਦੀ ਜਾਣਕਾਰੀ ਹੈਗੀ ਤੇ ਉਹ ਰੈਡੀ ਹੈ, ਉਹਦੀ ਮਰਜ਼ੀ ਹੈਗੀ ਇਹ ਕਰਨ ਲਈ, ਤਾਂ ਉਹ ਤਦ ਉਹ ਕਾਪੀਰਾਈਟ ਇਨਫ੍ਰਿੰਜਮੈਂਟ ਵਿੱਚ ਨਹੀਂ ਆਉਂਦਾ ਹੈ, ਕਿਉਂਕਿ ਸਾਨੂੰ ਪਰਮਿਸ਼ਨ, ਆਪਾਂ ਉਹਦੀ ਪਰਮਿਸ਼ਨ ਲਈ ਹੋਈ ਹੈ, ਤਾਂ ਉਹ ਕਾਪੀਰਾਈਟ ਵਿੱਚ ਨਹੀਂ ਆਉਂਦਾ ਹੈ। ਹੁਣ ਜਦੋਂ ਕਿਸੇ ਨੇ ਕਾਪੀਰਾਈਟ ਉਲੰਘਣ ਕੀਤਾ ਹੈ ਤਾਂ ਆਪਾਂ ਉਹਨੂੰ ਕਿਸ ਤਰੀਕੇ ਨਾਲ, ਉਹਦਾ ਉਪਚਾਰ ਕੀ ਹੈ ਉਹ ਆਪਾਂ ਵੇਖ ਸਕਦੇ ਹਾਂ। ਸਭ ਤੋਂ ਪਹਿਲਾਂ ਹੁੰਦਾ ਹੈ ਨਾਗਰਿਕ ਉਪਚਾਰ, ਸਿਵਲ ਰੈਮੇਡੀਜ਼ ਹੋ ਸਕਦੀ ਆ, ਅਤੇ ਦੂਜੀ ਹੁੰਦੀ ਹੈ ਜਦੋਂ ਕੋਈ ਜਦੋਂ ਕੋਈ ਚੋਰੀ ਕਰਦਾ, ਵੱਡੀ ਨਕਲ ਕਰਦਾ, ਵੱਡਾ ਨੁਕਸਾਨ ਪਹੁੰਚਾਉਂਦਾ ਹੈ ਕਾਪੀਰਾਈਟ ਨੂੰ ਦਾ ਉਲੰਘਣ ਕਰਕੇ, ਤਾਂ ਉਹ ਅਪਰਾਧਿਕ ਉਪਚਾਰ ਵੀ ਉਹਦਾ ਹੋ ਸਕਦਾ ਹੈ। ਅਤੇ ਸਿਵਲ ਰੈਮੇਡੀਜ਼ ਕੀ ਹੋ ਸਕਦੇ ਆ? ਹੁਕਮ ਦਿੱਤਾ ਜਾਏ, ਸਭ ਤੋਂ ਪਹਿਲਾਂ ਹੁਕਮ ਦਿੱਤਾ ਜਾਏ ਕਿ XYZ ਕੰਪਨੀ ਨੇ ਇਸ ABC ਕੰਪਨੀ ਨੂੰ ਕਾਪੀ ਕੀਤਾ ਹੈ, ਤਾਂ ਇਹ ਹੁਕਮ ਹੈ ਕਿ ਅੱਜ ਤੋਂ ਬਾਅਦ ਤੁਸੀਂ ਇਹ ਚੀਜ਼ ਨਹੀਂ ਕਰ ਸਕਦੇ ਹੋ। ਜੇ ਤੁਸੀਂ ਇਹ ਚੀਜ਼ ਫਿਰ ਤੋਂ ਕਰੋਗੇ ਤਾਂ ਤੈਨੂੰ ਇੰਨਾ ਫਾਈਨ ਦੇਣਾ ਪਊਗਾ। ਅਤੇ ਉਹ ਹੁੰਦੀ ਹੈ ਇੰਜੰਕਸ਼ਨ, ਕਿ ਹੁਕਮ ਦਿੱਤਾ ਗਿਆ, ਕੋਰਟ ਵਿੱਚ ਹੁਕਮ ਦਿੱਤਾ ਗਿਆ ਕਿ ਤੁਸੀਂ ਇਹ ਚੀਜ਼ ਦੁਬਾਰਾ ਰਿਪੀਟ ਨਹੀਂ ਕਰ ਸਕਦੇ। ਫਿਰ ਹੋ ਸਕਦਾ ਹੈ ਕਿ ਇੱਕ ਫਲਾਣਾ ਕੰਪਨੀ ਦੂਜੀ ਕੰਪਨੀ ਨੂੰ ਇਹ ਕਹਿੰਦਾ ਹੈ ਕਿ ਮੈਨੂੰ ਇੰਨੇ ਲੱਖ ਦਾ, ਇੰਨੇ ਕਰੋੜ ਦਾ ਨੁਕਸਾਨ ਹੋਇਆ ਹੈ, ਅਤੇ ਉਹ ਦੂਜਾ ਜੇ ਬੰਦਾ ਹੁੰਦਾ ਹੈ ਜਿਹਨੇ ਕਾਪੀਰਾਈਟ ਕੀਤੀ ਹੈ, ਜਿਹਨੇ ਕਾਪੀਰਾਈਟ ਦਾ ਉਲੰਘਣ ਕੀਤਾ ਹੈ, ਉਹ ਨੁਕਸਾਨ ਦੀ ਭਰਪਾਈ ਵੀ ਕਰਨਾ ਉਹਦੇ ਉਪਚਾਰ ਵਿੱਚ ਆਉਂਦਾ ਹੈ। ਫਿਰ ਹੁੰਦਾ ਹੈ ਕਿ ਅਕਾਊਂਟਸ ਵਿੱਚ ਫਾਈਨੈਂਸ਼ੀਅਲੀ ਵੀ ਤੁਸੀਂ ਉਹਦੇ ਉੱਤੇ ਨੁਕਸਾਨ ਦੀ ਭਰਪਾਈ ਕਰਾ ਸਕਦੇ ਹੋ। ਜ਼ਿਲ੍ਹਾ ਅਦਾਲਤ ਵਿੱਚ ਅਧਿਕਾਰ ਖੇਤਰ ਵਿੱਚ ਵੀ ਤੁਸੀਂ ਜਾ ਕੇ ਆਪਣੀ ਕਾਪੀਰਾਈਟ ਉਲੰਘਣ ਜਿਹਨੇ ਵੀ ਕੀਤੀ ਹੈ ਉਹਨੂੰ ਤੁਸੀਂ ਲਿਜਾ ਕੇ ਉਹਦੇ ਉੱਤੇ ਵੀ ਤੁਸੀਂ ਕੇਸ ਕਰਕੇ ਉਸ ਕੇਸ ਦੀ ਵੀ ਤੁਸੀਂ ਭਰਪਾਈ ਕਰਾ ਸਕਦੇ ਹੋ। ਫਿਰ ਹੁੰਦਾ ਹੈ ਜਦੋਂ ਕੋਈ ਵੱਡੀ ਕਾਪੀ ਕੀਤੀ ਗਈ ਹੈ, ਵੱਡੀ ਨੁਕਸਾਨ ਕੀਤਾ ਗਿਆ ਇੱਕ ਕੰਪਨੀ ਨੂੰ, ਤਾਂ ਉਹਦਾ ਅਪਰਾਧਿਕ ਉਪਚਾਰ ਹੁੰਦਾ ਹੈ। ਸਭ ਤੋਂ ਪਹਿਲਾਂ ਉਹਨੂੰ ਜੇਲ੍ਹ ਹੋ ਸਕਦੀ ਹੈ, ਜੋ ਵੀ ਨਕਲ ਕਰਦਾ ਹੈ, ਜੋ ਵੀ ਚੋਰੀ ਕਰਦਾ ਹੈ, ਕਾਪੀਰਾਈਟ ਦਾ ਉਲੰਘਣ ਕਰਦਾ ਹੈ। 6 ਮੰਥ ਤੋਂ 3 ਇਅਰਸ 6 ਮਹੀਨੇ ਤੋਂ ਲੈ ਕੇ 3 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ, ਉਹਨੂੰ ਕੈਦ ਹੋ ਸਕਦੀ ਹੈ। ਫਿਰ ਹੁੰਦਾ ਫਾਈਨ, ਜਿਹੜਾ 50,000 ਅਤੇ 2 ਲੱਖ ਰੁਪਏ ਤੱਕ ਦਾ ਉਹਨੂੰ ਫਾਈਨ ਭਰਨ ਪੈ ਸਕਦਾ ਹੈ। ਤਾਂ ਕਈ ਤਰੀਕੇ ਦੇ ਉਪਚਾਰ ਹੁੰਦੇ ਆ ਜਦੋਂ ਵੀ ਕੋਈ ਕਾਪੀਰਾਈਟ ਐਕਟ ਦਾ ਉਲੰਘਣ ਕਰਦਾ ਹੈ, ਜਦੋਂ ਵੀ ਕਿਸੇ ਕਾਪੀਰਾਈਟ ਕੀਤੀ ਹੋਈ ਚੀਜ਼ਾਂ ਦੀ ਨਕਲ ਕਰਦਾ ਹੈ। ਹੁਣ ਆਪਾਂ ਵੇਖਦੇ ਹਾਂ ਕਿ ਕਿਸ ਤਰੀਕੇ ਦੀ ਲਿਮਿਟੇਸ਼ਨਸ ਹੈ ਕਾਪੀਰਾਈਟ 'ਚ। ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਕਾਪੀਰਾਈਟ ਕੀ ਗਈ ਚੀਜ਼ਾਂ ਨੂੰ ਆਪਾਂ ਜੇ ਸਿੱਖਣ ਲਈ ਅਤੇ ਸਿਖਾਉਣ ਲਈ ਜਦੋਂ ਆਪਾਂ ਯੂਜ਼ ਕਰ ਸਕਦੇ ਹਾਂ, ਤਾਂ ਉਹ ਕਾਪੀਰਾਈਟ ਉਲੰਘਣ ਵਿੱਚ ਨਹੀਂ ਆਉਂਦਾ। ਜਿੱਦਾਂ ਮੈਂ ਕੋਈ ਐਗਜ਼ਾਮਪਲ ਤੁਹਾਡੇ ਕੋਲ ਨਾਲ ਸ਼ੇਅਰ ਕਰਾਂ, ਅਤੇ ਮੈਂ ਉਹ ਐਗਜ਼ਾਮਪਲ ਜਾਂ ਫਿਰ ਉਹ ਕੇਸ ਸਟੱਡੀ ਮੈਂ ਕਿਸੇ ਵੈਬਸਾਈਟ ਦੇ ਉੱਤੇ ਲਿਖ ਕਰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ, ਪਰ ਉਹ ਮੈਂ ਇਸ ਲਈ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ ਕਿਉਂਕਿ ਮੈਂ ਤੁਹਾਨੂੰ ਸਿਖਾਉਣਾ ਚਾਹੁੰਦੀ ਹਾਂ, ਇੱਕ ਐਗਜ਼ਾਮਪਲ, ਇੱਕ ਉਦਾਹਰਣ ਦੇਣਾ ਚਾਹੁੰਦੀ ਹਾਂ। ਤਾਂ ਫਿਰ ਉਹ ਕਾਪੀਰਾਈਟ ਐਕਟ 'ਚ ਨਹੀਂ ਆਊਗਾ, ਕਿਉਂਕਿ ਮੈਂ ਤੈਨੂੰ ਸਿਖਾਉਣ ਲਈ ਮੈਂ ਉਹਦੇ ਉੱਤੇ ਕੋਈ ਫਾਇਦਾ ਨਹੀਂ ਲਿੱਤਾ ਹੈ, ਉਸ ਕੰਪਨੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ, ਕੋਈ ਮੇਰਾ ਨਿੱਜੀ ਫਾਇਦਾ ਨਹੀਂ ਹੈ ਉਹਦੇ ਉੱਤੇ। ਮੈਂ ਉਹ ਕੰਮ ਸਿਰਫ ਔਰ ਸਿਰਫ ਇੱਕ ਟੀਚਿੰਗ ਲਈ, ਇੱਕ ਲਰਨਿੰਗ ਲਈ ਇਸਤੇਮਾਲ ਕੀਤਾ ਹੈ, ਅਤੇ ਉਹ ਕਾਪੀਰਾਈਟ ਵਿੱਚ ਨਹੀਂ ਆਊਗਾ। ਜੇ ਮੈਂ ਕੋਈ ਚੀਜ਼ ਆਲੋਚਨਾ ਕਰਨ ਵਾਸਤੇ ਇੱਕ ਉਦਾਹਰਣ ਲਿੱਤਾ ਹੈ, ਜਾਂ ਤਾਂ ਫਿਰ ਮੈਂ ਘਟਨਾ ਨੂੰ ਡਿਸਕਸ ਕਰਨ ਲਈ, ਵਿਚਾਰ ਕਰਨ ਲਈ ਜੇ ਕੋਈ ਇੱਕ ਕਾਪੀਰਾਈਟ ਕੀ ਗਈ ਚੀਜ਼ ਦਾ ਇਸਤੇਮਾਲ ਕੀਤਾ ਹੈ, ਜਾਂ ਤਾਂ ਫਿਰ ਮੈਂ ਕੋਈ ਨਿਆਇਕ ਕਾਰਵਾਈ ਲਈ ਜਦੋਂ ਕੋਈ ਚੀਜ਼ ਦਾ ਇਸਤੇਮਾਲ ਕੀਤਾ ਹੈ,
ਤੇ ਫਿਰ ਉਹ ਕਾਪੀਰਾਈਟ ਐਕਟ ਉਲੰਘਣ ਵਿੱਚ ਨਹੀਂ ਆਉਂਦਾ ਹੈ। ਜਿੱਦਾਂ ਕਿ ਆਪਾਂ ਕਹਿ ਸਕਦੇ ਹਾਂ ਕਿ WhatsApp ਦੀ ਪ੍ਰਾਈਵੇਟ ਪੋਲਿਸੀਜ਼ ਹੁੰਦੀ ਹੈ, ਸਾਡੀ ਚੈਟ ਪ੍ਰਾਈਵੇਟ ਰੱਖਦਾ ਹੈ, ਕਈ ਵਾਰ ਸਾਡੇ ਮੇਲਸ ਪ੍ਰਾਈਵੇਟ ਰੱਖ ਸਕਦਾ ਹੈ, ਪਰ ਜਦੋਂ ਸਾਡੇ ਉੱਤੇ ਕੋਈ ਕ੍ਰਿਮੀਨਲ ਕੇਸ ਆ ਜਾਏ ਤਾਂ ਫਿਰ ਕੋਰਟ ਜਦੋਂ ਪੁਲਿਸ ਜਦੋਂ ਉਹ ਕਹਿੰਦੀ ਹੈ ਕਿ ਸਾਨੂੰ ਸਾਰੀ ਚੈਟਸ ਚਾਹੀਦੀ ਆ ਇਸ ਫਲਾਣਾ ਬੰਦੇ ਦੀ, ਤਾਂ ਉਹ ਕਾਪੀਰਾਈਟ ਉਲੰਘਣ ਵਿੱਚ ਨਹੀਂ ਆਉਂਦਾ ਹੈ, ਕਿਉਂਕਿ ਉਸ ਚੈਟ ਦਾ ਇਸਤੇਮਾਲ ਕਿਸੇ ਕਾਨੂੰਨੀ ਕਾਰਵਾਈ ਨਿਆਇਕ ਕਾਰਵਾਈ ਲਈ ਜਦੋਂ ਕੀਤਾ ਜਾਂਦਾ ਹੈ ਤਾਂ ਉਹ ਫਿਰ ਸਾਰੀ ਚੀਜ਼ਾਂ ਕਾਪੀਰਾਈਟ ਉੱਤੇ ਨਹੀਂ ਆਉਂਦੀਆਂ। ਜਿੱਦਾਂ ਆਪਾਂ ਹੁਣ ਇੱਕ ਉਦਾਹਰਣ ਦੇ ਸਕਦੇ ਹਾਂ, ਜਿੱਦਾਂ ਡਰੱਗਸ ਕੇਸ ਵਿੱਚ XYZ ਕਿਸੇ ਵੀ ਇਨਸਾਨ ਦੀ WhatsApp ਚੈਟ ਜਦੋਂ ਆਪਾਂ ਰੀਡ ਕਰਦੇ ਹਾਂ, ਪੁਲਿਸ ਰੀਡ ਕਰਦੀ ਹੈ, NCB ਰੀਡ ਕਰਦੀ ਹੈ ਉਹ ਸਾਰੀ ਚੈਟ, ਤਾਂ ਉਹ ਕਾਪੀਰਾਈਟ ਵਿੱਚ ਨਹੀਂ ਆਉਂਦਾ ਹੈ, ਕਿਉਂਕਿ ਉਹ ਲੋਕੀ ਜੋ ਹੈਗੇ ਉਹ ਸਾਰੀ ਚੀਜ਼ ਦਾ ਨਿਆਇਕ ਕਾਰਜ ਵਾਸਤੇ ਨਿਆਇਕ ਕਾਰਵਾਈ ਵਾਸਤੇ ਇਸਤੇਮਾਲ ਕਰਦੇ ਹਨ, ਤਾਂ ਉਹ ਸਾਰੀ ਚੀਜ਼ਾਂ ਫਿਰ ਕਾਪੀਰਾਈਟ ਦੇ ਐਕਟ ਵਿੱਚ ਨਹੀਂ ਆਉਂਦੀਆਂ। ਉਹ ਚੀਜ਼ਾਂ ਨੂੰ ਨਕਲ ਅਤੇ ਚੋਰੀ ਨਹੀਂ ਕਹਿ ਸਕਦੇ ਆਪਾਂ। ਫਿਰ ਹੁੰਦਾ ਹੈ ਇੱਕ ਵਿਚਾਰ ਪ੍ਰਗਟਾਵੇ ਦੀ ਦੁਵਿਧਾ, ਜਿੱਦਾਂ ਕਿ ਮੈਂ ਆਪਾਂ ਇਸ ਤਰੀਕੇ ਨਾਲ ਉਹਨੂੰ ਸਮਝ ਸਕਦੇ ਹਾਂ ਕਿ ਕੋਈ ਵੀ ਆਈਡੀਆ ਹੈਗਾ, ਕੋਈ ਵੀ ਆਈਡੀਆ ਹੈ ਤਾਂ ਉਹ ਆਈਡੀਆ ਨੂੰ ਆਪਾਂ ਕਾਪੀਰਾਈਟ ਨਹੀਂ ਕਰਾ ਸਕਦੇ ਹਾਂ, ਤਾਂ ਉਹ ਆਈਡੀਆ ਹੈਗਾ ਕਿ ਨਹੀਂ, ਕੋਈ ਸਿਧਾਂਤ ਹੈ ਕਿ ਨਹੀਂ ਹੈ, ਅਤੇ ਉਹ ਵੀ ਇਸ ਤਰੀਕੇ ਨਾਲ ਕਨਫਿਊਜ਼ਨ ਜਿੱਦਾਂ ਹੁੰਦਾ ਹੈ, ਤਾਂ ਉਹ ਕਾਨੂੰਨੀ ਤੌਰ 'ਤੇ ਜਦੋਂ ਕੋਈ ਵੀ ਕਨਫਿਊਜ਼ਨ ਹੋ, ਜਦੋਂ ਕੋਈ ਸਿਧਾਂਤ ਦੀ ਦੁਵਿਧਾ ਹੋਵੇ ਤਾਂ ਉਹ ਸਾਰੀ ਚੀਜ਼ें ਵੀ ਕਾਪੀਰਾਈਟ ਉਲੰਘਣ ਵਿੱਚ ਨਹੀਂ ਆਉਂਦੀ ਹੈ। ਸਾਰੀ ਗਵਰਨਮੈਂਟ ਸਰਕਾਰੀ ਜੋ ਚੀਜ਼ਾਂ ਹੁੰਦੀਆਂ ਉਹ ਭਾਰਤ ਖੇਤਰ ਵਿੱਚ, ਭਾਰਤ ਪ੍ਰਦੇਸ਼ ਵਿੱਚ, ਭਾਰਤ ਦੇਸ਼ ਵਿੱਚ ਸਾਰੀ ਸਰਕਾਰੀ ਚੀਜ਼ਾਂ, ਨਿਆਇਕ ਚੀਜ਼ਾਂ, ਜੇ ਕੋਰਟ ਦੀ ਚੀਜ਼ਾਂ ਹੁੰਦੀਆਂ, ਟ੍ਰਿਬੂਨਲ ਚੀਜ਼ਾਂ ਹੁੰਦੀਆਂ, ਜੁਡੀਸ਼ੀਅਲ ਹੁੰਦੀ ਹੈ ਚੀਜ਼ਾਂ, ਉਹ ਸਾਰੀ ਚੀਜ਼ਾਂ ਕਾਪੀਰਾਈਟ ਐਕਟ ਵਿੱਚ ਨਹੀਂ ਆਉਂਦੀਆਂ। ਤਾਂ ਜਦੋਂ ਵੀ ਆਪਾਂ ਕੋਈ ਰਚਨਾ ਨੂੰ ਕਾਪੀਰਾਈਟ ਕਰਾਉਣ ਲਈ ਸੋਚਦੇ ਹਾਂ ਅਤੇ ਆਪਾਂ ਸਭ ਤੋਂ ਪਹਿਲਾਂ ਇਹ ਸਮਝ ਲੈਣਾ ਚਾਹੀਦਾ ਕਿ ਆਪਾਂ ਕਿਨ ਕਿਨ ਚੀਜ਼ਾਂ ਦਾ ਕਾਪੀਰਾਈਟ ਕਰਾ ਸਕਦੇ ਹਾਂ ਅਤੇ ਕਿਨ ਕਿਨ ਚੀਜ਼ਾਂ ਦਾ ਨਹੀਂ ਕਰਾ ਸਕਦੇ। ਕਈ ਚੀਜ਼ਾਂ ਇਸ ਤਰੀਕੇ ਦੀ ਹੁੰਦੀ ਹੈ, ਰਚਨਾ ਇਸ ਤਰੀਕੇ ਦੀ ਹੁੰਦੀ ਹੈ ਜਿਹਦਾ ਆਪਾਂ ਕਾਪੀਰਾਈਟ ਨਹੀਂ ਕਰਾ ਸਕਦੇ ਹਾਂ, ਪਰ ਆਪਾਂ ਉਹਦਾ ਪੇਟੈਂਟ ਲੈ ਸਕਦੇ ਹਾਂ, ਉਹ ਵੀ ਬਹੁਤ ਜ਼ਿਆਦਾ ਸਿਮਿਲਰ ਹੈ ਕਾਪੀਰਾਈਟ 'ਤੇ। ਅਤੇ ਜਦੋਂ ਵੀ ਕੋਈ ਆਈਡੀਆ ਹੈ, ਜਦੋਂ ਵੀ ਕੋਈ ਆਈਡੀਆ ਹੋਏ ਤਾਂ ਆਪਾਂ ਪੇਟੈਂਟ ਕਰਾ ਸਕਦੇ ਹਾਂ। ਜਦੋਂ ਕੋਈ ਮਿਊਜ਼ਿਕ ਵਰਕ ਹੈਗਾ, ਜਦੋਂ ਕੋਈ ਵਰਕ ਮਿਊਜ਼ੀਕਲ ਵਰਕ ਹੈ, ਫੋਟੋਗ੍ਰਾਫੀ ਵਰਕ ਹੈ, ਫਿਲਮ ਰਿਲੇਟਡ ਕੋਈ ਵਰਕ ਹੈ, ਤਾਂ ਆਪਾਂ ਉਹਦੀ ਕਾਪੀਰਾਈਟ ਕਰਾ ਸਕਦੇ ਹਾਂ। ਜੇ ਆਪਾਂ ਕੋਈ ਰਿਸਰਚ ਕੀਤੀ ਆ, ਕੋਈ ਇੱਕ ਆਰਟੀਕਲ ਆਪਾਂ ਲਿਆ, ਇੱਕ ਤਰੀਕੇ ਦਾ ਇੱਕ ਫਾਰਮੂਲਾ ਬਣਾਇਆ ਹੈ, ਅਤੇ ਉਹ ਫਾਰਮੂਲਾ ਨੂੰ ਵੀ ਆਪਾਂ ਕਾਪੀਰਾਈਟ ਕਰਾ ਸਕਦੇ ਹਾਂ। ਇਹ ਸਾਰੀ ਚੀਜ਼ਾਂ ਆਪਾਂ ਡਿਸਕਸ ਕੀਤੀ ਹੈਗੀ, ਉਹ ਹੈਗੀ ਕਾਪੀਰਾਈਟ ਬਾਰੇ ਆਪਾਂ ਅੱਜ ਚਰਚਾ ਕੀਤੀ ਹੈ। ਥੈਂਕ ਯੂ।